ਪਹਿਲਾਂ ਜਿਹੜਾ ਕੰਮ 10,000 15,000 ਚ ਹੋ ਰਿਹਾ ਸੀਗਾ ਹੁਣ 25 ਤੋਂ 30,000 ਰੁਪਏ ਨੂੰ ਰਿਸ਼ਵਤ ਦੇਣੀ ਪੈ ਰਹੀ ਹੈ। ਪੰਜਾਬ ਦੀ ਜਨਤਾ ਨੂੰ ਬੇਨਤੀ ਕਰਨਾ ਚਾਹੁੰਦਾ ਤੁਹਾਡੇ ਚੈਨਲ ਰਾਹੀਂ ਕਿ ਜਿਹੜਾ ਵੀ ਆਦਮੀ ਤੁਹਾਨੂੰ ਕਹਿੰਦਾ ਪਿਆ ਵਾ ਕਿ ਲਿਆਓ 25-30,000 ਰੁਪਇਆ 40,000 ਰੁਪਇਆ ਲਿਆਓ ਮੈਂ ਤੁਹਾਡੀ ਰਜਿਸਟਰੀ ਕਰਵਾ ਦਿੰਦਾ, ਭੁੱਲ ਕੇ ਵੀ ਇਹ ਕੰਮ ਨਾ ਕਰਿਓ। ਇੱਕ ਪਾਸੇ ਤੁਸੀਂ ਰਿਸ਼ਵਤ ਵੀ ਦੇ ਦਿੱਤੀ, ਪੈਸੇ ਵੀ ਖਰਚ ਕਰ ਦਿੱਤੇ। ਜੇ ਕੱਲ ਨੂੰ ਖੁਦਾ ਨਾ ਖਾਸਤਾ ਉਹਨਾਂ ਵਸੀਕਿਆ ਨੰਬਰਾਂ ਦੀ ਜਾਂਚ ਬੈਠ ਗਈ ਔਰ ਜਾਂਚ ਦੇ ਵਸੀਕੇ ਨੰਬਰ ਆ ਗਏ ਤਾਂ ਰਜਿਸਟਰ ਨੇ ਤਾਂ ਪਾਸੇ ਹੋ ਜਾਣਾ ਵਾ, ਕਿਉਂਕਿ ਉਹਨੇ ਨਕਲੀ ਐਨਓਸੀ ਲਗਾ ਕੇ ਤੁਹਾਡੀ ਰਜਿਸਟਰੀ ਕੀਤੀ ਹੋਈ ਹੈ ਕਿ ਜੀ ਮੈਂ ਕੱਲਾ ਵਸੀਕਾ ਹੁਣ ਚੈੱਕ ਕਰਦਾ। ਜੇ ਮਹਿੰਗੇ ਤੁਸੀਂ ਸਟਾਂਪ ਡਿਊਟੀ ਵੀ ਬਚਾਣੀ ਹੈ ਤਾਂ ਅਧਿਕਾਰੀਆਂ ਨੂੰ ਲੱਖ 2 ਲੱਖ 3 ਲੱਖ 5 ਲੱਖ ਰੁਪਏ ਦੀ ਰਿਸ਼ਵਤ ਦਿਓ, ਤੁਹਾਡੀ ਰਜਿਸਟਰੀ ਐਗਰੀਕਲਚਰ 'ਚ ਵੀ ਹੋ ਜਾਏਗੀ। ਤਾਂ ਤੁਸੀਂ ਦੇਖੋਗੇ ਅਧਿਕਾਰੀ ਕਰਮਚਾਰੀ ਨਹੀਂ ਬਲਕਿ ਉੱਥੇ ਜਾ ਕੇ ਪੀਐਨ ਜਿਹੜਾ ਹੈਗਾ ਉਹਦੇ ਕੋਲ ਵੀ ਐਂਡੇਵਰ ਫੋਰਚੂਨਰ ਇਹੋ ਜਿਹੀ ਕਾਰਾਂ ਰੱਖੀਆਂ ਹੋਣਗੀਆਂ। ਕੱਲਾ ਸੀਐਮ ਕਿੱਥੇ ਰੋਕ ਲੇਗਾ, ਸਾਡੀ ਕੋਈ ਜ਼ਿੰਮੇਵਾਰੀ ਨਹੀਂ। ਰਿਸ਼ਵਤ ਕੌਣ ਦੇ ਰਿਹਾ? ਅਧਿਕਾਰੀਆਂ ਨੂੰ ਰਿਸ਼ਵਤ ਕੌਣ ਦੇ ਰਿਹਾ? ਅਸੀਂ ਲੋਕ ਰਿਸ਼ਵਤ ਦੇ ਰਹੇ ਹਾਂ ਨਾ ਰਜਿਸਟਰੀਆਂ ਕਰਵਾਉਣ ਪਿੱਛੇ। ਇਹ ਗਲਤ ਕੰਮ ਕੌਣ ਕਰ ਰਿਹਾ? ਇਹ ਗਲਤ ਕੰਮ ਸੀਐਮ ਸਾਹਿਬ ਨਹੀਂ ਕਰਦੇ ਪਏ, ਇਹ ਗਲਤ ਕੰਮ ਜਿਹੜੇ ਹੈਗੇ ਆ ਮੈਂ ਕਹੂੰਗਾ ਅਧਿਕਾਰੀ ਵੀ ਨਹੀਂ ਕਰਦੇ ਪਏ, ਇਹ ਗਲਤ ਕੰਮ ਅਸੀਂ ਲੋਕ ਕਰਦੇ ਪਏ, ਜਨਤਾ ਕਰਦੀ ਪਈ ਹੈ। ਜਿਹੜਾ ਚੂਨਾ ਲੱਗਦਾ ਪਿਆ ਸਰਕਾਰ ਨੂੰ ਨਹੀਂ, ਇਹ ਸਾਡੇ ਪੰਜਾਬ ਨੂੰ ਲੱਗਦਾ ਪਿਆ, ਪੰਜਾਬ ਦੀ ਡਿਵੈਲਪਮੈਂਟ ਨੂੰ ਲੱਗਦਾ ਪਿਆ ਵਾ। ਅਧਿਕਾਰੀ ਸਾਡੇ ਘਰ ਤਾਂ ਨਹੀਂ ਆਉਂਦੇ ਪਏ ਕਿ ਕਰਾ ਲਓ ਸਾਡੇ ਕੋਲ ਰਜਿਸਟਰੀ, ਅਸੀਂ ਲੋਕ ਜਾਂਦੇ ਪਏ ਆ ਰਿਸ਼ਵਤ ਦੇਣ ਵਾਸਤੇ। ਰਜਿਸਟਰ ਆਫਿਸ ਹੈਗਾ ਵਾ, ਉੱਥੇ ਬਿਨਾਂ ਐਨਓਸੀ ਤੋਂ ਰਜਿਸਟਰੀਆਂ ਹੁੰਦੀਆਂ ਪਈਆਂ। ਮੈਂ ਵਸੀਕੇ ਨੰਬਰ ਵੀ ਉਹਨਾਂ ਨੂੰ ਦਿੱਤੇ ਸੀਗੇ ਕਿ ਇਹ ਵਸੀਕੇ ਨੰਬਰਾਂ ਦੀ ਜਾਂਚ ਕੀਤੀ ਜਾਵੇ ਤੇ ਇਹ ਗਲਤ ਕੰਮ ਰੋਕਿਆ ਜਾਵੇ, ਲੇਕਿਨ ਇੱਕ ਹਫ਼ਤਾ ਹੋ ਗਿਆ ਕਿਸੇ ਨੇ ਰੋਕਣ ਦੀ ਕੋਸ਼ਿਸ਼ ਦਾ ਦੂਰ ਕਿਸੇ ਨੇ ਗੱਲ ਹੀ ਨਹੀਂ ਕੀਤੀ। ਵਿਜੀਲੈਂਸ ਦੇ ਵਿੱਚ ਇਹ ਸਾਬਤ ਹੋਏਗਾ, ਕਿਉਂਕਿ ਦੁੱਧ ਦਾ ਦੁੱਧ ਪਾਣੀ ਵਿਜੀਲੈਂਸ ਨੂੰ ਕਰਨਾ ਆਉਂਦਾ ਤਾਂ ਸਾਬਤ ਹੋਏਗਾ ਕਿ ਕੁਝ ਰਜਿਸਟਰੀਆਂ ਸਿਰਫ ਰਜਿਸਟਰ ਆਫਿਸ ਦੇ ਅੰਦਰ ਹੀ ਨਹੀਂ ਬਲਕਿ ਰਜਿਸਟਰ ਆਫਿਸ ਦੇ ਬਾਹਰ ਵੀ ਕੀਤੀਆਂ ਗਈਆਂ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦ ਸਿਟੀ ਹੈਡਲਾਈਨਸ ਤੇ ਮੈਂ ਹਾਂ ਤੁਹਾਡੇ ਨਾਲ ਨਿਧੀ ਵਰਮਾ। ਲਗਾਤਾਰ ਜਿਵੇਂ ਦੇਖਿਆ ਜਾ ਰਿਹਾ ਹੈ ਕਿ ਭ੍ਰਿਸ਼ਟਾਚਾਰ ਨੂੰ ਰੋਕਣ ਦੇ ਲਈ ਕਈ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ ਤੇ ਭ੍ਰਿਸ਼ਟਾਚਾਰ ਨੂੰ ਰੋਕਣ ਦੇ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਐਂਟੀ ਕਰਪਸ਼ਨ ਨੰਬਰ ਵੀ ਜਿਹੜੇ ਆ ਜਾਰੀ ਕੀਤੇ ਗਏ। ਪਰ ਸਭ ਤੋਂ ਵੱਡਾ ਸਵਾਲ ਇਹ ਉੱਠਦਾ ਹੈ ਕਿ ਭ੍ਰਿਸ਼ਟਾਚਾਰ ਹਜੇ ਵੀ ਖਤਮ ਹੋਇਆ ਹੈ ਤੇ ਇਸ ਨੂੰ ਲੈ ਕੇ ਅੱਜ ਇੱਕ ਅਨੋਖੇ ਢੰਗ ਨਾਲ ਜਿਹੜਾ ਹੈ ਪ੍ਰੋਟੈਸਟ ਕੀਤਾ ਜਾ ਰਿਹਾ ਹੈ। ਕਹਿ ਸਕਦੇ ਹਾਂ ਅਸੀਂ, ਦੇਖੋਗੇ ਤੁਸੀਂ ਕਿਸ ਤਰ੍ਹਾਂ ਸੱਚਾ ਯਾਦਵ ਜੀ ਨੇ ਆਪਣੇ ਉੱਪਰ ਕਿਸ ਤਰ੍ਹਾਂ ਪੋਸਟਰਸ ਲਗਾਏ ਹੋਏ ਨੇ ਤੇ ਜਿਹੜਾ ਅਨੋਖਾ ਤਰੀਕਾ ਇਹਦੇ ਬਾਰੇ ਅਸੀਂ ਗੱਲਬਾਤ ਕਰ ਲੈਂਦੇ ਹਾਂ। ਡੀਸੀ ਆਫਿਸ ਵਿੱਚ ਮੌਜੂਦ ਹੈਗੇ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਮੈਮ। ਸਰ ਸਭ ਤੋਂ ਪਹਿਲਾਂ ਕੀ ਕਹਿਣਾ ਚਾਹੋਗੇ ਤੁਸੀਂ, ਇਹ ਜਿਹੜਾ ਅਨੋਖਾ ਪ੍ਰੋਟੈਸਟ ਹੈ ਇਸ ਦੇ ਬਾਰੇ ਪਹਿਲਾਂ ਕੁਝ ਦੱਸੋ ਸਾਨੂੰ। ਮੈਡਮ ਇਹ ਅਨੋਖਾ ਤਾਂ ਕੁਝ ਵੀ ਨਹੀਂ ਮੈਨੂੰ ਲੱਗਦਾ। ਮੈਂ ਤਾਂ ਇਹੀ ਕਹਿਣਾ ਚਾਹੂੰਗਾ ਕਿ ਇੱਕ ਆਮ ਆਦਮੀ ਹੈ ਔਰ ਇੱਕ ਆਮ ਆਦਮੀ ਆਪਣਾ ਦਰਦ ਬਿਆਨ ਅੱਜ ਕਰਨ ਲਈ ਇੱਥੇ ਬੈਠਾ ਵਾ। ਔਰ ਦੂਸਰੀ ਗੱਲ ਮੈਡਮ ਮੈਂ ਸਭ ਤੋਂ ਪਹਿਲੇ ਇਹ ਦੱਸਣਾ ਚਾਹੂੰਗਾ ਕਿ ਸਰਕਾਰਾਂ ਕਦੀ ਵੀ ਬੁਰੀਆਂ ਨਹੀਂ ਹੋਈਆਂ। ਬੁਰਾ ਹੁੰਦਾ ਤੇ ਸਿਸਟਮ ਬੁਰਾ ਹੁੰਦਾ ਔਰ ਸਿਸਟਮ ਦੇ ਵਿੱਚ ਪੋਲੀਟੀਸ਼ੀਅਨ ਵੀ ਆਉਂਦੇ ਹੈ, ਅਫਸਰ ਵੀ ਆਉਂਦੇ ਹੈ ਤੇ ਅਸੀਂ ਲੋਕ ਯਾਨੀ ਕਿ ਜਨਤਾ ਵੀ ਆਉਂਦੀ ਹੈ। ਜਿੰਨੇ ਭ੍ਰਿਸ਼ਟਾਚਾਰ ਨੂੰ ਜਾਂ ਗਲਤ ਕੰਮ ਨੂੰ ਬੜਾਵਾ ਕੋਈ ਲੀਡਰ ਕੋਈ ਪੋਲੀਟੀਸ਼ੀਅਨ ਕੋਈ ਅਫਸਰ ਦਿੰਦੇ ਹੈ ਉਸ ਤੋਂ ਕਈ ਗੁਣਾ ਵੱਧ ਜਨਤਾ ਜ਼ਿੰਮੇਵਾਰ ਹੈ, ਜਨਤਾ ਜ਼ਿੰਮੇਵਾਰ ਹੈ। ਸੋ ਅੱਜ ਵੀ ਮੈਂ ਇਹੀ ਕਹਿਣਾ ਚਾਹੂੰਗਾ ਕਿ ਇਸ ਮੁੱਦੇ ਦੇ ਵਿੱਚ ਵੀ ਜਨਤਾ ਬਹੁਤ ਵੱਡੀ ਜ਼ਿੰਮੇਦਾਰ ਹੈ। ਸੋ ਮੁੱਦਾ ਇਹ ਹੈ ਕਿ ਬੀਤੇ ਦਿਨੋਂ ਅੱਜ ਤੋਂ ਕੋਈ ਇੱਕ ਹਫ਼ਤਾ ਪਹਿਲਾਂ ਮੈਂ ਡੀਸੀ ਮੈਡਮ ਨੂੰ ਇੱਥੇ ਇੱਕ ਮੈਮੋਰੈਂਡਮ ਦਿੱਤਾ ਸੀ। ਮੈਂ ਉਹਨਾਂ ਨੂੰ ਇਹ ਮੈਮੋਰੈਂਡਮ ਦਿੱਤਾ ਸੀ ਕਿ ਮੈਡਮ ਜਿਹੜਾ ਰਜਿਸਟਰ ਵੈਸਟ ਦੇ ਵਿੱਚ ਰਜਿਸਟਰ ਆਫਿਸ ਹੈਗਾ ਵਾ ਉੱਥੇ ਬਿਨਾਂ ਐਨਓਸੀ ਤੋਂ ਰਜਿਸਟਰੀਆਂ ਹੁੰਦੀਆਂ ਪਈਆਂ। ਮੈਂ ਉਹਨਾਂ ਨੂੰ 25 ਤੋਂ 30 ਦੇਖ ਸਕਦੇ ਹੋ, ਮੈਂ ਵਸੀਕੇ ਨੰਬਰ ਵੀ ਉਹਨਾਂ ਨੂੰ ਦਿੱਤੇ ਸੀਗੇ ਕਿ ਇਹ ਵਸੀਕੇ ਨੰਬਰਾਂ ਦੀ ਜਾਂਚ ਕੀਤੀ ਜਾਵੇ ਤੇ ਇਹ ਗਲਤ ਕੰਮ ਰੋਕਿਆ ਜਾਵੇ, ਲੇਕਿਨ ਇੱਕ ਹਫ਼ਤਾ ਹੋ ਗਿਆ ਕਿਸੇ ਨੇ ਰੋਕਣ ਦੀ ਕੋਸ਼ਿਸ਼ ਦਾ ਦੂਰ ਕਿਸੇ ਨੇ ਗੱਲ ਹੀ ਨਹੀਂ ਕੀਤੀ ਔਰ ਰਜਿਸਟਰੀਆਂ ਧੜਾ ਧੜ ਉੱਥੇ ਹੁੰਦੀਆਂ ਪਈਆਂ ਵਾ। ਔਰ ਮਜ਼ੇਦਾਰ ਗੱਲ ਇਹ ਹੈ ਕਿ ਕੁਝ ਰਜਿਸਟਰੀਆਂ ਜੇ ਵਿਜੀਲੈਂਸ ਜਾਂਚ ਬਿਠਾਈ ਜਾਵੇ ਤਾਂ ਵਿਜੀਲੈਂਸ ਦੇ ਵਿੱਚ ਇਹ ਸਾਬਤ ਹੋਏਗਾ, ਕਿਉਂਕਿ ਦੁੱਧ ਦਾ ਦੁੱਧ ਪਾਣੀ ਵਿਜੀਲੈਂਸ ਨੂੰ ਕਰਨਾ ਆਉਂਦਾ ਤਾਂ ਸਾਬਤ ਹੋਏਗਾ ਕਿ ਕੁਝ ਰਜਿਸਟਰੀਆਂ ਸਿਰਫ ਰਜਿਸਟਰ ਆਫਿਸ ਦੇ ਅੰਦਰ ਹੀ ਨਹੀਂ ਬਲਕਿ ਰਜਿਸਟਰ ਆਫਿਸ ਦੇ ਬਾਹਰ ਵੀ ਕੀਤੀਆਂ ਗਈਆਂ। ਸੋਚਣ ਵਾਲੀ ਗੱਲ, ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਰਜਿਸਟਰ ਆਫਿਸ ਦੇ ਬਾਹਰ ਰਜਿਸਟਰੀਆਂ ਕੀਤੀਆਂ ਜਾ ਰਹੀਆਂ ਔਰ ਆਮ ਆਦਮੀ ਮਰਦਾ ਪਿਆ ਲੜਦਾ ਪਿਆ ਵਾ। ਪਹਿਲਾਂ ਜਿਹੜਾ ਕੰਮ 10,000 15,000 ਚ ਹੋ ਰਿਹਾ ਸੀਗਾ ਹੁਣ 25 ਤੋਂ 30,000 ਰੁਪਏ ਨੂੰ ਰਿਸ਼ਵਤ ਦੇਣੀ ਪੈ ਰਹੀ ਹੈ। ਹਾਲਾਤ ਬਦ ਤੋਂ ਬੱਤਰ ਹੋਏ ਹੈਗੇ ਹੈ। ਇੱਕ ਆਮ ਆਦਮੀ ਨੂੰ ਜੇ ਐਨਓਸੀ ਚਾਹੀਦੀ ਹੈ ਤਾਂ ਐਨਓਸੀ ਲੈਣ ਵਾਸਤੇ ਉਹਨੂੰ ਆਨਲਾਈਨ ਅਪਲਾਈ ਦਾ ਸਿਸਟਮ ਨਹੀਂ ਇੰਨਾ ਪਤਾ, ਇੰਨੀ ਨੌਲੇਜ ਨਹੀਂ ਹੈਗੀ, ਉਹਦੇ ਨਾਲ ਡਾਕੂਮੈਂਟ ਕੀ ਲੱਗਣੇ ਹੈ, ਕਾਗਜ਼ਾਤ ਕੀ ਲੱਗਣੇ ਹੈ, ਕੀ ਸਿਸਟਮ ਹੈ, ਕਿਵੇਂ ਸਿਸਟਮ ਹੈ। 10-10 ਦਿਨ ਕਾਰਪੋਰੇਸ਼ਨ ਦਾ ATP ਬਦਲ ਜਾਂਦਾ, ਛਿੱਟੀ ਤੇ ਚਲਾ ਜਾਂਦਾ।
ਦੂਜਾ ਆਂਦਾ ਤਾਂ ਫਿਰ ਉਹ 10 ਦਿਨ ਦੀ ਛੁੱਟੀ ਚਲਾ ਜਾਂਦਾ ਵਾ। ਜਾ ਕੇ ਦੇਖੋ 8 ਤੋਂ 10,000 ਰੁਪਇਆ ਆਰਕੀਟੈਕਟ ਨੂੰ ਮੈਂ ਰਿਸ਼ਵਤ ਹੀ ਕਹੂੰਗਾ, ਉਹ ਵੀ ਫੀਸ ਦੇ ਰੂਪ ਦੇ ਜਿਹੜੀ ਲਿੱਤੀ ਜਾ ਰਹੀ ਹੈ। ਦੇਣ ਦੇ ਬਾਵਜੂਦ 8 ਤੋਂ 10,000 ਰੁਪਏ ਖਰਚਣ ਦੇ ਬਾਵਜੂਦ ਆਰਕੀਟੈਕਟ ਸਾਫ਼ ਉਹਨੂੰ ਕਹਿ ਰਿਹਾ ਵਾ ਕਿ ਭਾਈ 40 ਤੋਂ 45 ਦਿਨ ਤੋਂ ਪਹਿਲਾਂ ਮੇਰੇ ਕੋਲ ਰਜਿਸਟਰੀ ਨਾ ਮੰਗੀ, ਮੇਰੇ ਕੋਲ ਸੌਰੀ NOC ਨਾ ਮੰਗੀ। 40 ਤੋਂ 45 ਦਿਨਾਂ ਤੋਂ ਪਹਿਲਾਂ ਮੇਰੇ ਕੋਲ NOC ਨਾ ਮੰਗੀ। ਵੀਰ ਬਾਹਰੋਂ ਆਇਆ ਹੋਵੇ, ਉੱਥੋਂ ਦੀ ਮਾਂ ਬਿਮਾਰ ਹੋਵੇ, ਉਹ ਸੋਚਦਾ ਹੋਵੇ ਕਿ ਮੈਂ ਇੰਡੀਆ ਜਾਊਂਗਾ, ਰਜਿਸਟਰੀ ਕਰਾਊਂਗਾ, ਟਿਕਟਾਂ ਬੁੱਕ ਹੈ, 2 ਦਿਨਾਂ ਬਾਅਦ ਵਾਪਸ ਪਰਤ ਜਾਊਂਗਾ, ਲੇਕਿਨ ਉਹਨੂੰ ਕੀ ਪਤਾ ਇੱਥੇ ਆ ਕੇ ਕਿ ਮੈਨੂੰ ਤਾਂ 40 ਤੋਂ 45 ਦਿਨ ਲੱਗਣੇ ਆ। ਸੋਚ ਕੇ ਦੇਖੋ ਕੀ ਇੰਡੀਆ ਬਾਰੇ ਉਹ ਕਹੇਗਾ, ਕੀ ਪੰਜਾਬ ਬਾਰੇ ਕਹੇਗਾ, ਕੀ ਉਹ ਸਿਸਟਮ ਦੀਆਂ ਪਾਲਿਸੀਆਂ ਬਾਰੇ ਕਹੇਗਾ, ਕੀ ਉਹ ਜਾ ਕੇ ਉੱਥੇ ਬੁਲਸ਼ਿਟ ਨਹੀਂ ਕਹੇਗਾ, ਉਹ ਬੁਲਸ਼ਿਟ ਹੀ ਕਹੇਗਾ। ਉਹ ਕਹੇਗਾ ਕਿਹੋ ਜਿਹਾ ਸਿਸਟਮ ਹੈ ਇਹਨਾਂ ਦਾ, ਉਹ ਜਾ ਕੇ ਇਹੀ ਗੱਲਾਂ ਦੁਹਰਾਏਗਾ। ਔਰ ਲੋਕ ਜ਼ਿੰਮੇਦਾਰ, ਮੈਂ ਹੱਥ ਜੋੜ ਕੇ ਬੇਨਤੀ ਕਰਦਾ, ਜਿਹੜਾ ਵੀ ਪੰਜਾਬ ਦੀ ਜਨਤਾ ਨੂੰ ਬੇਨਤੀ ਕਰਨਾ ਚਾਹੁੰਦਾ ਤੁਹਾਡੇ ਚੈਨਲ ਰਾਹੀਂ ਕਿ ਜਿਹੜਾ ਵੀ ਆਦਮੀ ਤੁਹਾਨੂੰ ਕਹਿੰਦਾ ਪਿਆ ਵੈ ਕਿ ਲਿਆਓ 25-30 ਹਜ਼ਾਰ ਰੁਪਇਆ 40 ਹਜ਼ਾਰ ਰੁਪਇਆ ਲਿਆਓ, ਮੈਂ ਤੁਹਾਡੀ ਰਜਿਸਟਰੀ ਕਰਵਾ ਦਿੰਦਾ, ਭੁੱਲ ਕੇ ਵੀ ਇਹ ਕੰਮ ਨਾ ਕਰਿਓ। ਇੱਕ ਪਾਸੇ ਤੁਸੀਂ ਰਿਸ਼ਵਤ ਵੀ ਦੇ ਦਿੱਤੀ, ਪੈਸੇ ਵੀ ਖਰਚ ਕਰ ਦਿੱਤੇ। ਜੇ ਕੱਲ ਨੂੰ ਖੁਦਾ ਨਾ ਖਾਸਤਾ ਉਹਨਾਂ ਵਸੀਕਿਆਂ ਨੰਬਰਾਂ ਦੀ ਜਾਂਚ ਬੈਠ ਗਈ ਔਰ ਜਾਂਚ ਦੇ ਵਸੀਕੇ ਨੰਬਰ ਆ ਗਏ ਤਾਂ ਰਜਿਸਟਰ ਨੇ ਤਾਂ ਪਾਸੇ ਹੋ ਜਾਣਾ ਵਾ, ਕਿਉਂਕਿ ਉਹਨੇ ਨਕਲੀ NOC ਲਗਾ ਕੇ ਤੁਹਾਡੀ ਰਜਿਸਟਰੀ ਕੀਤੀ ਹੋਈ ਹੈ ਕਿ ਜੀ ਮੈਂ ਕੱਲਾ ਵਸੀਕਾ ਹੁਣ ਚੈੱਕ ਕਰਦਾ। ਇਹਨਾਂ ਨੇ ਜਿਨ੍ਹਾਂ ਨੇ ਵਸੀਕੇ ਲਾਏ ਆ ਇਹਨਾਂ ਤੇ ਪਰਚਾ ਕਰੋ। ਔਰ ਜਿਸ ਤੁਹਾਡੇ ਕੋਲ ਜੇ ਤੁਸੀਂ ਨਕਲੀ NOC ਨਹੀਂ ਲਗਾਣੀ ਤਾਂ ਕੋਈ ਗੱਲ ਨਹੀਂ, 50 ਤੋਂ 70 ਹਜ਼ਾਰ ਰੁਪਏ ਤੁਹਾਡੇ ਕੋਲ ਹੋਣਾ ਚਾਹੀਦਾ, ਤੁਹਾਡਾ ਉਸ ਤੋਂ ਬਿਨਾਂ ਵੀ ਹੋ ਜਾਊਗਾ। ਔਰ ਜੇ ਤੁਹਾਡੇ ਕੋਲ ਕੋਈ 15 ਲੱਖ 20 ਲੱਖ ਦੇ ਮਹਿੰਗੇ ਤੁਸੀਂ ਸਟਾਂਪ ਡਿਊਟੀ ਵੀ ਬਚਾਣੀ ਹੈ ਤਾਂ ਅਧਿਕਾਰੀਆਂ ਨੂੰ ਲੱਖ 2 ਲੱਖ 3 ਲੱਖ 5 ਲੱਖ ਰੁਪਏ ਦੀ ਰਿਸ਼ਵਤ ਦਿਓ, ਤੁਹਾਡੀ ਰਜਿਸਟਰੀ ਐਗਰੀਕਲਚਰ 'ਚ ਵੀ ਹੋ ਜਾਏਗੀ। ਇਹ ਹੁੰਦਾ ਪਿਆ ਵੈ। ਮੈਂ ਬਾਰ-ਬਾਰ ਇਹ ਨੰਬਰਾਂ ਦੀ ਜਾਂਚ ਮੰਗਦਾ, ਵਿਜੀਲੈਂਸ ਤੋਂ ਜਾਂਚ ਮੰਗਦਾ, ਮੈਂ ਇਹੀ ਚੀਜ਼ਾਂ ਕਹਿਣਾ। ਔਰ ਜੇ ਤੁਸੀਂ ਉੱਥੇ ਜਾਂਚ ਕਰੋਗੇ ਨਾ ਰਜਿਸਟਰ ਵੈਸਟ ਤੇ ਜਾ ਕੇ ਤਾਂ ਤੁਸੀਂ ਦੇਖੋਗੇ ਅਧਿਕਾਰੀ ਕਰਮਚਾਰੀ ਨਹੀਂ ਬਲਕਿ ਉੱਥੇ ਜਾ ਕੇ PN ਜਿਹੜਾ ਹੈਗਾ ਉਹਦੇ ਕੋਲ ਵੀ ਐਂਡੇਵਰ ਫੋਰਚੂਨਰ ਇਹੋ ਜਿਹੀ ਕਾਰਾਂ ਰੱਖੀਆਂ ਹੋਣਗੀਆਂ। ਉਹਦੀ ਪ੍ਰਾਪਰਟੀ ਦੀ ਜਾਂਚ ਹੋਵੇ, ਉਹ ਗੱਡੀ ਮੰਨ ਸਕਦੇ ਆ ਕਿ ਕਿਸੇ ਰਿਸ਼ਤੇਦਾਰ ਦੇ ਨਾਮ ਤੇ ਬੋਲਦੀ ਹੋਵੇ, ਪ੍ਰਾਪਰਟੀਆਂ ਉਹਦੀ ਜਾਂਚ ਕੀਤੀ ਜਾਵੇ, ਉਹ ਵੀ ਬੋਲਦੀਆਂ ਹੋਣਗੀਆਂ, ਲੇਕਿਨ ਉਹ PN ਦਿਨੇ ਰਜਿਸਟਰ ਆਫਿਸ 'ਚ ਕੰਮ ਕਰਦਾ ਪਿਆ, ਸ਼ਾਮ ਨੂੰ ਕਿੰਦੀ ਕੋਠੀ 'ਚ ਟੈਲੀਫੋਨ ਆਪਰੇਟਰ ਦੀ ਨੌਕਰੀ ਕਰਦਾ ਪਿਆ ਵਾ। ਜਦੋਂ ਵਿਜੀਲੈਂਸ ਜਾਂਚ ਕਰੇਗੀ ਤਾਂ ਪੰਨੇ ਤੋਂ ਪੰਨੇ ਨਿਕਲੇ। ਕਿਉਂ ਸਿਰਫ ਆਪੋਜੀਸ਼ਨ ਪਾਰਟੀਆਂ ਦੇ ਲੀਡਰਾਂ ਦੀ ਵਿਜੀਲੈਂਸ ਜਾਂਚ ਹੋ ਸਕਦੀ ਹੈ, ਰਿਸ਼ਵਤ ਲੈਣ ਵਾਲੇ ਅਧਿਕਾਰੀਆਂ ਦੀ ਕਿਉਂ ਨਹੀਂ? ਅੱਜ ਇਹ ਸਾਰਾ ਰਿਸ਼ਵਤ ਦਾ ਖੇਲ ਖੇਡੇ ਇਸੇ ਕਰਕੇ ਜਾ ਰਿਹਾ ਵਾ ਕਿਉਂਕਿ ਲੋਕੀ ਮਜਬੂਰ ਹੈ, ਲੋਕੀ ਪਰੇਸ਼ਾਨ ਹੈ। ਉਹਨਾਂ ਨੂੰ NOC ਨਹੀਂ ਮਿਲਦੀ ਪਈ, 40 45 ਦਿਨਾਂ ਦੇ ਬਾਅਦ NOC ਨਹੀਂ ਮਿਲਦੀ ਪਈ, ਗਲਾਡਾ ਦੀ NOC ਤਾਂ ਮਿਲਦੀ ਹੀ ਨਹੀਂ ਪਈ। ਹਾਲਾਤ ਬੱਤੋਂ ਬੱਤਰ ਹੋ ਚੁੱਕੇ ਹੋਏ ਆ, ਰਿਸ਼ਵਤ ਦਾ ਬੋਲਬਾਲਾ ਹੋ ਚੁੱਕਿਆ ਹੋਇਆ। ਜਿੰਦੇ ਕੋਲ ਪੈਸੇ ਨਹੀਂ ਹੈ ਉਹ ਲਟਕਦਾ ਪਿਆ ਵਾ, ਉਹ ਧੱਕੇ ਖਾਂਦਾ ਪਿਆ ਵਾ। ਜਿਹੜਾ ਰਿਸ਼ਵਤ ਦੇਣ ਨੂੰ ਤਿਆਰ ਹੈ ਉਹ ਰਜਿਸਟਰੀ ਜਦੋਂ ਮਰਜ਼ੀ ਕਰਵਾ ਸਕਦਾ। ਭ੍ਰਿਸ਼ਟਾਚਾਰ ਨੂੰ ਰੋਕਣ ਦੀ ਇੰਨੀਆਂ ਗੱਲਾਂ ਹੋ ਰਹੀਆਂ ਨੇ, ਐਂਟੀ ਕਰਪਸ਼ਨ ਨੰਬਰ ਜਾਰੀ ਕਰ ਦਿੱਤੇ ਜਾਂਦੇ ਨੇ, ਇਹ ਵੀ ਕਹਿ ਦਿੱਤਾ ਜਾਂਦਾ ਕਿ ਵੀਡੀਓ ਬਣਾ ਕੇ ਭੇਜੋ, ਫਿਰ ਵੀ ਜੋ ਸਰਕਾਰੀ ਆਫੀਸਰ ਨੇ ਇਹ ਚੀਜ਼ ਵੱਲ ਮਤਲਬ ਡਰ ਹੀ ਨਹੀਂ ਉਹਨਾਂ ਨੂੰ ਇਸ ਚੀਜ਼ ਦਾ। ਇਸ ਨੂੰ ਸਭ ਤੋਂ ਪਹਿਲਾਂ ਕਿੱਦਾਂ ਦੇਖਦੇ ਹੋ ਤੁਸੀਂ? ਕਿਸੇ ਚੀਜ਼ ਦਾ ਡਰ ਹੀ ਨਹੀਂ ਹੈਗਾ? ਬਿਲਕੁਲ ਨਹੀਂ ਹੈਗਾ ਜੀ, ਇਹ ਸੋਚਣ ਵਾਲੀ ਗੱਲ ਹੈ। ਲੇਕਿਨ ਡਰ ਲੋਕਾਂ ਨੂੰ ਪਾਇਆ ਜਾ ਰਿਹਾ ਵਾ ਕਿ ਨਹੀਂ ਹੁਣ ਨਹੀਂ ਹੋਣਾ, ਪਹਿਲਾਂ ਹੁੰਦਾ ਸੀਗਾ, ਪਹਿਲਾਂ ਨਹੀਂ ਹੁਣ ਨਹੀਂ, ਰਿਸ਼ਵਤ ਡਬਲ ਹੋਏਗੀ। ਮਤਲਬ ਸਰ ਡਰ ਹੁਣ ਸਾਰਾ ਖਤਮ, ਮਤਲਬ CM ਸਾਹਿਬ ਦਾ ਵੀ ਡਰ ਖਤਮ? ਦੇਖੋ CM ਸਾਹਿਬ ਦੀ ਆਪਾਂ ਜ਼ਿੰਮੇਵਾਰੀ ਕਿਉਂ ਮੰਨਦੇ ਆ? ਉਹ ਸ਼ਖਸ ਜ਼ਮੀਨੀ ਆਦਮੀ ਹੈ, ਉਹ ਸ਼ਖਸ ਨੇ ਕੰਮ ਕੀਤਾ ਔਰ ਕੰਮ ਕਰ ਰਿਹਾ, ਉਹ ਸ਼ਖਸ ਤਾਂ ਕੰਮ ਕਰ ਰਿਹਾ। ਲੇਕਿਨ ਜਿਹੜੇ ਵਿਚਕਾਰ ਬੰਦੇ ਆ, ਕੱਲਾ CM ਕਿੱਥੇ ਰੋਕ ਲੇਗਾ? ਸਾਡੀ ਕੋਈ ਜ਼ਿੰਮੇਵਾਰੀ ਨਹੀਂ। ਰਿਸ਼ਵਤ ਕੌਣ ਦੇ ਰਿਹਾ? ਅਧਿਕਾਰੀਆਂ ਨੂੰ ਰਿਸ਼ਵਤ ਕੌਣ ਦੇ ਰਿਹਾ? ਅਸੀਂ ਲੋਕ ਰਿਸ਼ਵਤ ਦੇ ਰਹੇ ਆ ਨਾ ਰਜਿਸਟਰੀਆਂ ਕਰਵਾਉਣ ਪਿੱਛੇ। ਇਹ ਗਲਤ ਕੰਮ ਕੌਣ ਕਰ ਰਿਹਾ? ਇਹ ਗਲਤ ਕੰਮ CM ਸਾਹਿਬ ਨਹੀਂ ਕਰਦੇ ਪਏ, ਇਹ ਗਲਤ ਕੰਮ ਜਿਹੜੇ ਹੈਗੇ ਆ ਮੈਂ ਕਹੂੰਗਾ ਅਧਿਕਾਰੀ ਵੀ ਨਹੀਂ ਕਰਦੇ ਪਏ, ਇਹ ਗਲਤ ਕੰਮ ਅਸੀਂ ਲੋਕ ਕਰਦੇ ਪਏ, ਜਨਤਾ ਕਰਦੀ ਪਈ ਹੈ। ਪਰ ਸਰ ਜੋ ਇੰਨੇ ਟਾਈਮ ਤੋਂ ਜਨਤਾ ਦੇ ਜਿਹੜੇ ਕੰਮ ਅਟਕੇ ਹੋਏ ਨੇ ਅਤੇ ਜੇ ਲੋਕ ਅਧਿਕਾਰੀ ਜਿਹੜੇ ਇਦਾਂ ਪੈਸੇ ਮੰਗਦੇ ਪਏ ਨੇ, ਫਿਰ ਇਸ ਚੀਜ਼ ਨੂੰ ਕਿਉਂ ਨਹੀਂ ਨਾ ਠੱਲ ਪੈ ਰਹੀ? ਇਸ ਵਾਰ ਸਭ ਤੋਂ ਵੱਡੀ ਗੱਲ ਹੈ ਇਕਜੁੱਟ ਹੋਣ ਨਾ, ਆਵਾਜ਼ ਉਠਾਣ ਨਾ, ਅੱਜ ਆਵਾਜ਼ ਉਠਾਣ। ਕੱਲ ਰਜਿਸਟਰ ਜ਼ਿੰਪਾ ਜੀ ਜਿਹੜੇ ਬ੍ਰਹਮ ਸ਼ੰਕਰ ਜ਼ਿੰਪਾ ਜੀ ਜਿਹੜੇ ਰੈਵਨਿਊ ਮਿਨਿਸਟਰ ਉਹ ਆਏ ਸੀ, ਉਹਨਾਂ ਦੇ ਸਾਹਮਣੇ ਉੱਥੇ 40-50 ਪ੍ਰਾਪਰਟੀ ਵਾਲੇ ਖੜੇ ਸੀ, ਲੇਕਿਨ ਕਿਸੇ ਦੀ ਜ਼ਰੂਰਤ, ਕਿਸੇ ਦੀ ਹਿੰਮਤ ਨਹੀਂ ਪਈ। NOC ਦਾ ਰੋਣਾ ਸਾਰੇ ਰੋਂਦੇ ਪਏ ਸੀਗੇ, ਲੇਕਿਨ ਕੋਈ ਇਹ ਰੋਣ ਨੂੰ ਤਿਆਰ ਨਹੀਂ ਸੀਗਾ ਕਿ ਨਕਲੀ NOCਆਂ ਦੇ ਕਿਸੇ ਇੱਕ ਨੇ ਵੀ, ਮੇਰੇ ਤੋਂ ਇਲਾਵਾ ਕਿਸੇ ਇੱਕ ਨੇ ਵੀ ਹਿੰਮਤ ਨਹੀਂ ਕੀਤੀ। ਮੈਂ ਹੀ ਉੱਥੇ ਜਾ ਕੇ ਜਦੋਂ ਉਹਨਾਂ ਸਾਹਮਣੇ ਗੱਲ ਕੀਤੀ ਕਿ ਸਰ DC ਮੈਡਮ ਨੂੰ ਮੈਮੋਰੈਂਡਮ ਦਿੱਤਾ ਹਫ਼ਤਾ ਪਹਿਲਾਂ, ਨਕਲੀ ਨਹੀਂ ਬਿਨਾਂ NOC ਤੋਂ ਇੱਥੇ ਰਜਿਸਟਰੀਆਂ ਹੁੰਦੀਆਂ ਪਈਆਂ, ਵਸੀਕਿਆਂ ਦੀ ਜਾਂਚ ਹੋਣੀ ਚਾਹੀਦੀ ਹੈ। ਮੇਰੇ ਤੋਂ ਇਲਾਵਾ ਕੋਈ ਨਹੀਂ ਉੱਥੇ ਬੋਲਿਆ। ਜਦੋਂ ਸਾਰੀ ਗੱਲਾਂ ਉਹਨਾਂ ਸੁਣੀਆਂ, ਜ਼ਿੰਪਾ ਜੀ ਨੇ ਕਿਹਾ DC ਮੈਡਮ ਨੂੰ ਕਿ ਇਹਨਾਂ ਬੰਦਿਆਂ ਨੂੰ ਸਸਪੈਂਡ ਕਰੋ ਜਾਂ ਡਿਸਮਿਸ ਕਰੋ ਜਾਂ ਜਾਂਚ ਜੋ ਵੀ ਕੀਤੀ ਜਾਵੇ। ਲੇਕਿਨ ਮਜ਼ੇਦਾਰ ਗੱਲ ਤਾਂ ਇਹ ਹੈ, ਮੇਰਾ ਇੱਥੇ ਬਹਿਣ ਦਾ ਵੀ ਕਾਰਨ ਇਹੀ ਹੈ ਕਿ ਇੱਕ ਹਫ਼ਤਾ ਪਹਿਲਾਂ ਮੈਮੋਰੈਂਡਮ ਜਿਹੜਾ ਮੇਰਾ ਦਿੱਤਾ ਸੀ ਉਹਦਾ ਕੀ ਬਣਿਆ? ਅੱਜ ਮੈਂ ਦੁਬਾਰਾ ਮੈਮੋਰੈਂਡਮ ਲੈ ਕੇ ਆਇਆ ਵਾ ਕਿ ਉਹਨਾਂ ਤੇ ਪਹਿਲਾਂ ਮੈਂ ਮੰਗੀ ਸੀ ਜਾਂਚ, ਹੁਣ ਮੈਂ ਮੰਗਦਾ ਵਿਜੀਲੈਂਸ ਜਾਂਚ ਕਿ ਕੀਤੀ ਜਾਏਗੀ
ਕਿ ਇਹੋ ਜਿਹੇ ਅਧਿਕਾਰੀ, ਇਹੋ ਜਿਹੇ ਉੱਥੇ ਕੰਮ ਕਰਨ ਵਾਲੇ ਜਿਹੜੇ ਲੋਕ ਜਿਹੜਾ ਭ੍ਰਿਸ਼ਟਾਚਾਰ ਫੈਲਾ ਰਹੇ ਹੈ, ਕੀ ਉਹਨਾਂ ਨੂੰ ਡਿਸਮਿਸ ਕੀਤਾ ਜਾਏਗਾ? ਅੱਜ ਤੋਂ ਕੁਝ ਮਹੀਨੇ ਪਹਿਲਾਂ ਬੜਾ ਸੋਹਣਾ ਇਸੀ ਸਰਕਾਰ ਨੇ ਇੱਕ ਕੰਮ ਕਰਕੇ ਦਿਖਾਇਆ ਸੀਗਾ। ਕੁਝ ਰਜਿਸਟਰਾਰ ਜਿਹੜੇ ਨਕਲੀ ਐਨਓਸੀ ਨਾਲ ਰਜਿਸਟਰੀਆਂ ਕਰ ਰਹੇ ਸਸਪੈਂਡ ਕੀਤਾ ਸੀ। ਜੇ ਉਹ ਹੋ ਸਕਦੇ ਆ ਤਾਂ ਇਹ ਲੋਕ ਕਿਉਂ ਨਹੀਂ ਹੋ ਸਕਦੇ? ਕੀ ਕਾਰਨ ਹੈ? ਕੌਣ ਬਚਾਉਣਾ ਚਾਹੁੰਦਾ ਇਹਨਾਂ ਨੂੰ? ਵਜ੍ਹਾ ਕੀ ਹੈ ਕਿ ਇੰਨੇ ਸੋਲਿਡ ਹੈ ਭ੍ਰਿਸ਼ਟਾਚਾਰ ਫੈਲਾਉਣ ਵਾਲੇ? ਔਰ ਮੈਂ ਬਾਰ-ਬਾਰ ਇਸ ਸਰਕਾਰ ਅੱਗੇ ਇੱਕ ਬੇਨਤੀ ਕਰਨਾ ਚਾਹੂੰਗਾ ਕਿ ਇਹ ਸਾਰਾ ਭ੍ਰਿਸ਼ਟਾਚਾਰ ਦੀ ਜਿਹੜੀ ਜੜ ਹੈ ਉਹ ਹੈ ਐਨਓਸੀ ਨਾ ਮਿਲਣਾ। ਜੇ ਐਨਓਸੀ ਈਜ਼ੀ ਪਾਲਿਸੀਆਂ ਨਾਲ ਮਿਲਣ ਲੱਗ ਜਾਵੇ, ਜੇ ਐਨਓਸੀ ਸਿੰਗਲ ਵਿੰਡੋ ਰਜਿਸਟਰ ਆਫਿਸ ਦੇ ਵਿੱਚ ਇੱਕ ਵਿੰਡੋ ਬਣੇ, ਜੋ ਫੀਸ ਹੈ ਜੋ ਬਣਦਾ ਦੇਵੇ, ਤਾਂ ਸਰਕਾਰ ਨੂੰ ਕਰੋੜਾਂ ਰੁਪਏ ਦਾ ਰੈਵਨਿਊ ਆਵੇ। ਇੱਕ ਰਜਿਸਟਰ ਆਫਿਸ ਦੇ ਵਿੱਚ 5 ਕਰੋੜ 7 ਕਰੋੜ 6 ਕਰੋੜ 3 ਕਰੋੜ ਤੱਕ ਦਾ ਰੈਵਨਿਊ ਸਰਕਾਰ ਨੂੰ ਆਉਂਦਾ ਸੀਗਾ। ਲੇਕਿਨ ਅੱਜ ਜਾ ਕੇ ਦੇਖੋ ਕੀ ਹਾਲਾਤ ਹੈ। ਕਿੱਥੇ 150 ਤੋਂ ਲੋਕ ਰਜਿਸਟਰੀਆਂ ਕਰਵਾਉਂਦੇ ਪਏ ਸੀਗੇ ਰਜਿਸਟਰ ਆਫਿਸ, ਅੱਜ 35 40 25 30 ਲੋਕ ਆਉਂਦੇ ਹੈਗੇ ਆ। ਉਹਦੇ ਵਿੱਚੋਂ ਵੀ ਨਕਲੀ ਐਨਓਸੀ ਵਾਲੇ ਵੀ ਹੋਣਗੇ ਤੇ ਜਾਂ ਬਿਨਾਂ ਐਨਓਸੀ ਵਾਲੇ ਵੀ ਹੋਣਗੇ। ਔਰ ਕਈ ਸਰਕਾਰ ਦੇ ਰੈਵਨਿਊ ਨੂੰ ਕਰੋੜਾਂ ਰੁਪਏ ਦਾ ਚੂਨਾ ਲੱਗਦਾ ਪਿਆ ਵਾ। ਐਗਰੀਕਲਚਰ ਲੈਂਡ 'ਚ ਰਜਿਸਟਰੀਆਂ ਹੁੰਦੀਆਂ ਪਈਆਂ। ਸਰਕਾਰ ਕਿਉਂ ਨਹੀਂ ਸੋਚਦੀ ਪਈ ਕਿ ਇਹ ਜਿਹੜਾ ਚੂਨਾ ਲੱਗਦਾ ਪਿਆ ਸਰਕਾਰ ਨੂੰ ਨਹੀਂ, ਇਹ ਸਾਡੇ ਪੰਜਾਬ ਨੂੰ ਲੱਗਦਾ ਪਿਆ, ਪੰਜਾਬ ਦੀ ਡਿਵੈਲਪਮੈਂਟ ਨੂੰ ਲੱਗਦਾ ਪਿਆ ਵਾ। ਔਰ ਜੇ ਇਹੋ ਪੈਸਾ, ਜੇ ਇਹੋ ਭ੍ਰਿਸ਼ਟਾਚਾਰ ਰੁਕੇਗਾ ਤਾਂ ਇਹ ਪੈਸਾ ਮੇਰੇ ਪੰਜਾਬ ਦੀ ਡਿਵੈਲਪਮੈਂਟ ਲਈ ਕੰਮ ਆਏਗਾ। ਸਰਕਾਰਾਂ ਵੱਲੋਂ ਤਾਂ ਇਹ ਚੀਜ਼ ਕਹੀ ਜਾ ਰਹੀ ਹੈ ਨਾ ਕਿ ਸਾਡਾ ਭ੍ਰਿਸ਼ਟਾਚਾਰ ਖਤਮ ਹੋ ਗਿਆ, ਬਾਹਰ ਏਡੇ ਵੱਡੇ ਹੋਰਡਿੰਗਸ ਲੱਗੇ ਹੋਏ ਨੇ, ਸਾਡਾ ਕੰਮ ਬੋਲਦਾ। ਫਿਰ ਇਹ ਚੀਜ਼ ਜਦ ਇਹ ਚੀਜ਼ ਹਜੇ ਤੱਕ ਸਾਬਿਤ ਨਹੀਂ ਹੋਈ ਤਾਂ ਫਿਰ ਇਹ ਚੀਜ਼ ਕਿੱਦਾਂ? ਮੈਡਮ, ਹਰ ਚੀਜ਼ ਸਰਕਾਰ ਤੇ ਕਿਉਂ ਛੱਡਦੇ ਆਪਾਂ? ਸਾਡਾ ਕੋਈ ਫਰਜ਼ ਨਹੀਂ। ਪਰ ਜੋ ਚੀਜ਼ਾਂ ਇਹ ਹੋਰਡਿੰਗਸ ਦੇ ਵਿੱਚ ਲੱਗੀਆਂ ਹੋਈਆਂ, ਇੰਨੇ ਵੱਡੇ ਵੱਡੇ ਬੋਰਡਸ ਦੇ ਵਿੱਚ ਰੁਕਿਆ ਕੀਤਾ ਗਿਆ, ਚੀਜ਼ਾਂ ਦੇਖੀਆਂ ਵੀ ਹੈ। ਜੇ ਇਹ ਉਹਦਾ ਹੀ ਨਤੀਜਾ ਵਾ ਜਿਹੜੇ ਬੀਤੇ ਦਿਨੋਂ ਕੁਝ ਅਧਿਕਾਰੀ ਸਸਪੈਂਡ ਕੀਤੇ, ਸਰਕਾਰ ਨੇ ਸ਼ਾਇਦ ਆਪਾਂ ਭੁੱਲ ਗਿਆ ਕੀਤੇ। ਸਹੀ ਨੂੰ ਸਹੀ ਵੀ ਕਹੀਏ, ਗਲਤ ਨੂੰ ਗਲਤ ਕਹੀਏ, ਆਪਾਂ ਸਾਰਾ ਚੀਜ਼ ਸਾਰੇ ਦੋਸ਼ ਸਰਕਾਰਾਂ ਤੇ ਨਹੀਂ ਮਾਰ ਸਕਦੇ। ਰਿਸ਼ਵਤ ਅਸੀਂ ਉਹਨਾਂ ਨੂੰ ਆਫਰ ਕਰਦੇ ਪਏ ਆ ਆਪਣੀ ਰਜਿਸਟਰੀ ਕਰਵਾਉਣ ਵਾਸਤੇ। ਅਧਿਕਾਰੀ ਸਾਡੇ ਘਰ ਤਾਂ ਨਹੀਂ ਆਉਂਦੇ ਪਏ ਕਿ ਕਰਾ ਲਓ ਸਾਡੇ ਕੋਲ ਰਜਿਸਟਰੀ। ਅਸੀਂ ਲੋਕ ਜਾਂਦੇ ਪਏ ਆ ਰਿਸ਼ਵਤ ਦੇਣ ਵਾਸਤੇ, ਕਰੋ ਸਾਡੀ ਰਜਿਸਟਰੀ। ਤਾਂ ਗਲਤ ਕੌਣ ਹੋਇਆ? ਸਾਰਾ ਦੋਸ਼ ਸਰਕਾਰਾਂ ਤੇ ਨਾ ਮੜੀਏ ਆਪਾਂ। ਸਰ ਇੱਕ ਹੋਰ ਜਿਹੜਾ ਤੁਸੀਂ ਪੋਸਟਰ ਲਗਾਇਆ ਹੈ, ਮੈਂ ਬੇਰੋਜ਼ਗਾਰ ਹਾਂ, ਮੇਨ ਇਹਦਾ ਕਾਰਨ ਦੱਸੋ ਇਹਦਾ। ਮੈਂ ਬੇਰੋਜ਼ਗਾਰ ਹਾਂ, ਇੱਕ ਆਮ ਆਦਮੀ। ਔਰ ਆਮ ਆਦਮੀ ਜਿਵੇਂ ਕਿ ਅੱਜ ਦੇਖੋ ਕੰਮਕਾਜ ਖਤਮ ਹੋ ਚੁੱਕੇ ਹੋਏ ਹੈ, ਨਾ ਪ੍ਰੋਪਰਟੀ, ਨਾ ਰਜਿਸਟਰੀਆਂ ਹੋ ਰਹੀਆਂ, ਨਾ ਮੀਟਰ ਲੱਗਦੇ ਪਏ ਹੈ, ਰੇਤਾ ਅਸਮਾਨ ਨੂੰ ਛੂ ਚੁੱਕੀ ਹੋਈ ਹੈ, ਬਜਰੀ ਮਿਲਦੀ ਨਹੀਂ ਪਈ। ਕਾਰਪੋਰੇਸ਼ਨ ਕੋ ਸ਼ਹਿਰ ਦੇ ਵਿੱਚ ਪੱਚ ਲਾਉਣ ਲਈ ਬਜਰੀ ਨਹੀਂ ਹੈਗੀ। ਜਾਂ ਤਾਂ ਕਹਿ ਦਿਓ ਮੈਂ ਝੂਠ ਬੋਲਦਾ ਪਿਆ ਵਾਂ, ਵੱਡੇ ਵੱਡੇ ਅਖਬਾਰਾਂ 'ਚ ਵੀ ਇਹ ਬਿਆਨ ਆ ਗਏ ਹੈ। ਸੋ ਉਹ ਹਾਲਾਤ ਬੱਤੋ ਬੱਤਰ ਹੈ। ਜਦ ਬਜਰੀ ਨਹੀਂ, ਰੇਤਾ ਨਹੀਂ, ਸੀਮੈਂਟ ਨਹੀਂ, ਰਜਿਸਟਰੀ ਨਹੀਂ, ਮੀਟਰ ਨਹੀਂ, ਤਾਂ ਇੱਕ ਰਾਜ ਮਿਸਤਰੀ ਆਮ ਆਦਮੀ ਰਾਜ ਮਿਸਤਰੀ ਆਮ ਆਦਮੀ ਹੈ, ਪੇਂਟ ਵਾਲਾ, ਲੱਕੜ ਵਾਲਾ, ਪੀਓਪੀ ਵਾਲਾ, ਮਜ਼ਦੂਰ, ਪ੍ਰਾਪਰਟੀ ਨਾਲ ਜੁੜਿਆ ਹਰ ਇੱਕ ਆਦਮੀ ਉਹ ਇੱਕ ਆਮ ਆਦਮੀ ਹੈ। ਅੱਜ ਲੱਖਾਂ ਲੋਕ ਵਿਹਲੇ ਬੈਠੇ ਹੈ। ਦੀਵਾਲੀ ਸਿਰ ਤੇ ਹੋਵੇ ਔਰ ਇੱਕ ਮਹੀਨੇ ਤੋਂ ਕਿਸੇ ਨੇ ਬੋਣੀ ਨਾ ਕੀਤੀ ਹੋਵੇ, ਕਿਸੇ ਨੇ 2 ਪੈਸੇ ਨਾ ਕਮਾਏ ਹੋਣ, ਤਾਂ ਇਹਨਾਂ ਬਾਰੇ ਤੁਸੀਂ ਕੀ ਕਹੋਗੇ? ਕਿਸੇ ਨੂੰ ਮਨ ਵੀ ਨਹੀਂ ਕਰੂਗਾ ਤੁਹਾਡਾ ਕਹਿਣ ਤੇ ਹੈਪੀ ਦੀਵਾਲੀ। ਕਹਿ ਪਾਉਂਗੇ? ਕਹਿ ਸਕਦੇ ਹੋ? ਨਹੀਂ ਕਹਿ ਸਕਦੇ। ਸੋ ਇਹ ਚੀਜ਼ਾਂ ਰੋਕਣੀਆਂ ਬਹੁਤ ਜ਼ਰੂਰੀ ਹੈ, ਪਹਿਲ ਦੇ ਆਧਾਰ ਤੇ ਜ਼ਰੂਰੀ ਹੈ। 1 ਹਫ਼ਤੇ ਦਾ ਟਾਈਮ, ਇਹ ਬਹੁਤ ਟਾਈਮ ਪੈ ਗਿਆ। 1 ਹਫ਼ਤੇ ਦੇ ਵਿੱਚ ਪਤਾ ਨਹੀਂ ਕਿੰਨੀਆਂ ਉੱਥੇ ਨਕਲੀ ਰਜਿਸਟਰੀਆਂ ਹੋ ਗਈਆਂ। ਜਿਸ ਦਿਨ 1 ਹਫ਼ਤਾ ਪਹਿਲਾਂ ਮੈਂ ਮੈਮੋਰੈਂਡਮ ਦੇ ਕੇ ਗਿਆ ਸੀਗਾ, ਇਹ ਕੰਮ ਉਦੋਂ ਹੀ ਹੋਣਾ ਚਾਹੀਦਾ ਸੀ, ਉਦੋਂ ਹੀ ਜਾਂਚ ਹੋਣੀ ਚਾਹੀਦੀ। ਤੁਸੀਂ ਇੱਕ ਸੀਐਮ ਸਾਹਿਬ ਨੂੰ ਵੀ ਚਿੱਠੀ ਲਿਖੀ ਸੀ, ਇਹਦੇ ਵਿੱਚ ਇਹਦੇ ਬਾਰੇ ਦੱਸੋ ਕੀ ਲਿਖਿਆ ਸੀ? ਇਹ ਉਹੀ ਚਿੱਠੀ ਹੈ ਜੀ ਜੋ ਡੀਸੀ ਮੈਡਮ ਨੂੰ ਦਿੱਤੀ ਹੈ। ਮੈਂ ਮਾਨਯੋਗ ਸੀਐਮ ਸਾਹਿਬ ਨੂੰ ਵੀ ਮੇਲ ਕਰਨਾ ਚਾਹੂੰਗਾ ਔਰ ਮੈਂ ਉਮੀਦ ਕਰਦਾ ਕਿ ਕੱਲ ਬ੍ਰਹਮ ਸ਼ੰਕਰ ਜਿਹੜੇ ਸਾਡੇ ਜ਼ਿੰਪਾ ਜੀ ਰੈਵਨਿਊ ਮਿਨਿਸਟਰ ਆਏ ਹੈ, ਉਹਨਾਂ ਦੀ ਗੱਲ ਡੀਸੀ ਮੈਡਮ ਸ਼ਾਇਦ ਸੁਣ ਲੈਣ ਤੇ ਇਹਨਾਂ ਦੇ ਉੱਤੇ ਵਿਜੀਲੈਂਸ ਜਾਂਚ ਹੋਵੇ, ਇਹਨਾਂ ਉੱਤੇ ਇਹਨਾਂ ਭ੍ਰਸ਼ਟ ਅਧਿਕਾਰੀਆਂ ਨੂੰ ਡਿਸਮਿਸ ਕੀਤਾ ਜਾਵੇ ਔਰ ਭ੍ਰਸ਼ਟਾਚਾਰ ਰੁਕੇ। ਔਰ ਲੁਧਿਆਣੇ ਸ਼ਹਿਰ ਦੇ, ਪੰਜਾਬ ਦੇ ਲੋਕਾਂ ਨੂੰ ਜਿਹੜੀਆਂ ਐਨਓਸੀਆਂ ਹੈਗੀਆਂ ਵਾ ਉਹ ਕੋਈ ਈਜ਼ੀ ਪਾਲਿਸੀ ਦੇ ਤਹਿਤ, ਕੋਈ ਸਿੰਗਲ ਵਿੰਡੋ ਪਾਲਿਸੀ ਦੇ ਤਹਿਤ ਉਹ ਮਿਲਣ। ਔਰ ਹੱਥ ਜੋੜ ਕੇ ਬੇਨਤੀ ਹੈ, ਕਿਸੇ ਦੇ ਕਹਿਣ ਦੇ ਉੱਤੇ ਨਕਲੀ ਡਾਕੂਮੈਂਟ ਲਗਾ ਕੇ ਰਜਿਸਟਰੀਆਂ ਨਾ ਕਰਵਾਓ, ਮੁਜਰਿਮ ਨਾ ਬਣੋ ਦੋਸਤੋ। ਸੋ ਅਸੀਂ ਗੱਲਬਾਤ ਕਰ ਰਹੇ ਸੀ ਸੱਚਾ ਯਾਦਵ ਜੀ ਨਾਲ। ਤੋਂ ਲਗਾਤਾਰ ਜਿਵੇਂ ਦੇਖਿਆ ਜਾ ਰਿਹਾ ਕਿ ਭ੍ਰਿਸ਼ਟਾਚਾਰ ਵੱਧਦਾ ਹੋਇਆ ਦਿਖਾਈ ਦੇ ਰਿਹਾ ਤੇ ਇੱਥੇ ਰਹਿ ਕੇ ਵੱਡੇ ਵੱਡੇ ਦਾਅਵੇ ਵੀ ਕੀਤੇ ਜਾ ਰਹੇ ਨੇ। ਪਰ ਕਿਤੇ ਨਾ ਕਿਤੇ ਜਿਹੜੀ ਇਹ ਗੱਲ ਕੀਤੀ ਗਈ ਹੈ ਕਿ ਕਿਤੇ ਨਾ ਕਿਤੇ ਆਮ ਜਨਤਾ ਇਹਦੇ ਵਿੱਚ ਕਾਫੀ ਜ਼ਿਆਦਾ ਜ਼ਿੰਮੇਦਾਰ ਹੈ ਰਿਸ਼ਵਤ ਦੇਣ ਦੇ ਵਿੱਚ। ਤੇ ਇਸ ਨੂੰ ਲੈ ਕੇ ਤੁਹਾਡਾ ਕੀ ਕਹਿਣਾ? ਤੁਸੀਂ ਸਾਡੇ ਨਾਲ ਬਣੇ ਰਹੋ ਤੇ ਇਦਾਂ ਹੀ ਹੋਰ ਅਪਡੇਟਸ ਲਈ ਦੇਖਦੇ ਰਹੋ ਦਾ ਸਿਟੀ ਹੈਡਲਾਈਨਸ। ਕੈਮਰਾ ਪਰਸਨ ਕਰਨ ਕੁਮਾਰ ਦੇ ਨਾਲ ਮੈਂ ਨਿਧੀ ਵਰਮਾ।